Hello everyone, this is Manpreet from Nursing Scoop Live. I hope you all are doing really great. So last video ਦੇ ਵਿੱਚ ਅਸੀਂ discuss ਕੀਤਾ ਸੀਗਾ hyperkalemia and in today's video we are going to discuss the topic hypokalemia. So potassium imbalance ਨੂੰ ਆਪਾਂ discuss ਕਰ ਰਹੇ ਹਾਂ ਦੋਨੇ ਹੀ ਤਰ੍ਹਾਂ ਦੇ potassium imbalance increase or decrease life threatening ਹੋ ਸਕਦੀ ਹੈ client ਦੇ ਲਈ. So any condition ਜੋ life threatening ਹੋ ਸਕਦੀ ਆ nursing exam ਦੇ ਵਿੱਚ ਆਉਣ ਦੀ 100% chance ਹੁੰਦੇ ਆ ਉਹਦੇ. ਸੋ ਚਾਹੇ ਤੁਸੀਂ NCLEX ਐਗਜ਼ਾਮ ਦੇਣਾ ਹੈ ਚਾਹੇ ਤੁਸੀਂ ਹੋਰ ਕਿਸੇ ਵੀ ਨਰਸਿੰਗ ਐਗਜ਼ਾਮ ਦੇ ਲਈ ਪ੍ਰੈਪਰੇਸ਼ਨ ਕਰ ਰਹੇ ਹੈਗੇ ਆ ਦਿਸ ਟੌਪਿਕ ਇਜ਼ ਗੋਇੰਗ ਟੂ ਬੀ ਵੈਰੀ ਇੰਪੋਰਟੈਂਟ ਸੋ ਡੂ ਵਾਚ ਦਿਸ ਵੀਡੀਓ ਟਿਲ ਦੀ ਐਂਡ ਜੇ ਵੀਡੀਓ ਵਧੀਆ ਲੱਗਦੀ ਹੈਗੀ ਆ ਫॉर ਮਾਈ ਸਪੋਰਟ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਸੋ ਇਹਦੇ ਨਾਲ ਮੋਟੀਵੇਸ਼ਨ ਮਿਲਦੀ ਆ ਹੋਰ ਵੀਡੀਓਜ਼ ਲੈ ਕੇ ਆਉਣ ਦੇ ਲਈ ਸੋ ਵਿਦਆਊਟ ਐਨੀ ਫਰਦਰ ਡਿਲੇ ਲੈਟਸ ਸਟਾਰਟ ਆਰ ਟੁਡੇਸ ਟੌਪਿਕ ਆਫ ਡਿਸਕਸ਼ਨ ਹਾਈਪੋਕੈਲੀਮੀਆ ਸੋ ਹਾਈਪੋ ਦਾ ਮਤਲਬ decreased or low कैल ਦਾ ਮਤਲਬ ਪੋਟਾਸ਼ੀਅਮ ਪੋਟਾਸ਼ੀਅਮ ਨੂੰ ਆਪਾਂ K ਪੋਜ਼ਿਟਿਵ ਦੇ ਨਾਲ ਡਿਨੋਟ ਕਰਦੇ ਇਟ ਇਜ਼ ਦੀ ਕਟਾਈਨ ਐਂਡ ਈਮੀਆ ਦਾ ਮਤਲਬ ਆ ਬਲੱਡ ਸੋ ਬਲੱਡ ਦੇ ਵਿੱਚ ਪੋਟਾਸ਼ੀਅਮ ਦਾ ਲੋ ਲੈਵਲ ਇਜ਼ ਨੋਨ ਐਜ਼ ਦੀ ਹਾਈਪੋਕੈਲੀਮੀਆ ਸੋ ਪੋਟਾਸ਼ੀਅਮ 98% ਪ੍ਰੈਜ਼ੈਂਟ ਹੁੰਦਾ ਆ ਵਿਦਿਨ ਦੀ ਸੈਲਸ ਐਂਡ ਜੋ 2% ਹੈਗਾ ਆ that is present in the blood in the serum ਸੋ normal ਕਿੰਨਾ ਹੋਣਾ ਚਾਹੀਦਾ ਸੀਰਮ ਲੈਵਲ 3.5 to 5 milliequivalent per liter So more than 5 is known as the hyperkalemia. ਆਪਾਂ ਲਾਸਟ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਮਸਟ ਵਾਚ ਦੈਟ ਵੀਡੀਓ ਹੁਣ ਅਸੀਂ ਗੱਲ ਕਰਨ ਲੱਗੇ ਹਾਂ ਹਾਈਪੋਕੈਲੀਮੀਆ ਦੀ ਸੋ ਹਾਈਪੋਕੈਲੀਮੀਆ ਹੈਗਾ ਪੋਟਾਸ਼ੀਅਮ ਲੈਵਲ ਲੈਸ ਦੈਨ 3.5 milliequivalent per liter in the blood. So now let's talk about the conditions ਜਿਨ੍ਹਾਂ ਦੇ ਵਿੱਚ ਹਾਈਪੋਕੈਲੀਮੀਆ ਹੋ ਸਕਦਾ ਸੋ ਪਹਿਲੇ ਨੰਬਰ ਤੇ ਆ ਗਈਆਂ ਜੀ ਮੈਡੀਕੇਸ਼ਨਸ ਸੋ ਮੈਡੀਕੇਸ਼ਨ ਦੇ ਵਿੱਚ ਆ ਜਾਂਦੇ ਡਾਇਊਰੈਟਿਕਸ ਦੇ ਵਿੱਚ ਥਾਇਆਜ਼ਾਈਡ ਡਾਇਊਰੈਟਿਕਸ ਐਂਡ ਲੂਪ ਡਾਇਊਰੈਟਿਕ ਫਰੋਸਾਮਾਈਡ ਦੀ ਬੜੀ ਕਾਮਨ ਐਗਜ਼ਾਮਪਲ ਆ ਲੂਪ ਡਾਇਊਰੈਟਿਕਸ ਦੀ ਸੋ ਥੀਸ ਆਰ ਦੀ ਪੋਟਾਸ਼ੀਅਮ ਵਾਸਟਿੰਗ ਡਾਇਊਰੈਟਿਕਸ ਮਤਲਬ ਪੋਟਾਸ਼ੀਅਮ ਦੀ ਐਕਸਕ੍ਰੀਸ਼ਨ ਜ਼ਿਆਦਾ ਕਰਵਾਉਂਦੇ ਆ ਜਿਹਦੇ ਕਰਕੇ ਬਲੱਡ ਦੇ ਵਿੱਚ ਪੋਟਾਸ਼ੀਅਮ ਦਾ ਲੈਵਲ ਲੋ ਹੋ ਜਾਂਦਾ ਆ 3.5 milliequivalent per liter ਤੋਂ ਨੈਕਸਟ ਆ ਗਿਆ ਜੀ ਕੋਰਟੀਕੋਸਟੀਰੋਇਡਸ ਆਪਾਂ ਲਾਸਟ ਵੀਡੀਓ 'ਚ ਵੀ ਗੱਲ ਕੀਤੀ ਸੀਗੀ ਇਹ ਉਹ ਡਰੱਗਸ ਹੈਗੀਆਂ ਆ ਜੋ ਪੋਟਾਸ਼ੀਅਮ ਦਾ ਲੈਵਲ ਡਿਕਰੀਜ਼ ਕਰਦੀਆਂ ਕਿੱਦਾਂ ਡਿਕਰੀਜ਼ ਕਰਦੀਆਂ ਬਿਕੋਜ਼ ਇਹ ਜਿਹੜੇ ਕੋਰਟੀਕੋਸਟੀਰੋਇਡਸ ਹੈਗੇ ਆ ਸੋਡੀਅਮ ਦੀ ਰਿਟੈਂਸ਼ਨ ਕਰਵਾਉਂਦੇ ਆ ਸੋਡੀਅਮ ਤੇ ਪੋਟਾਸ਼ੀਅਮ ਦਾ ਐਂਟੀ ਰਿਲੇਸ਼ਨ ਆ ਹੁਣ ਸੋਡੀਅਮ ਇਨਕਰੀਜ਼ ਹੋ ਰਿਹਾ ਇਹਦੇ ਕਰਕੇ ਪੋਟਾਸ਼ੀਅਮ ਲੈਵਲ ਡਿਕਰੀਜ਼ ਹੋਊਗਾ ਕਲਾਇੰਟ ਨੂੰ ਹਾਈਪੋਕੈਲੀਮੀਆ ਹੋਊਗਾ ਨੈਕਸਟ ਹੈਗਾ ਓਵਰ ਯੂਜ਼ ਆਫ ਲੈਕਸੇਟਿਵਸ ਸੋ ਕਿਸੇ ਵੀ ਰੀਜ਼ਨ ਕਰਕੇ ਅਗਰ ਬਾਡੀ ਚੋਂ ਫਲੂਇਡ ਬਾਹਰ ਨਿਕਲ ਰਿਹਾ ਆ ਸੋ ਇਟ ਵਿਲ ਕਾਜ਼ ਦੀ ਡੈਫੀਸਿਟ ਆਫ ਦੀ ਇਲੈਕਟ੍ਰੋਲਾਈਟਸ ਐਜ਼ ਵੈਲ So overuse of laxatives, vomiting, diarrhea or prolonged nasogastric suctioning ਦੇ ਕਰਕੇ potassium deficit ਹੋ ਸਕਦਾ because fluid is going out of the body ਤੇ fluid ਆਪਣੇ ਨਾਲ electrolyte ਵੀ ਬਾਹਰ ਲੈ ਕੇ ਜਾ ਰਿਹਾ ਨੈਕਸਟ ਆ ਗਿਆ ਜੀ ਫਾਸਟਿੰਗ ਦੇ ਵਿੱਚ ਕੀ ਆ ਹੁਣ ਪਰਸਨ ਦੀ ਇਨਟੇਕ ਘਟੂਗੀ ਹੈਨਾ ਫੂਡ ਇਨਟੇਕ ਘਟੂਗੀ ਤਾਂ ਪੋਟਾਸ਼ੀਅਮ ਰਿਚ ਰਿਸੋਰਸਸ ਵੀ ਅੰਦਰ ਘਟ ਜਾਣਗੇ ਤਾਂ ਹਾਈਪੋਕੈਲੀਮੀਆ ਹੋਣ ਦੇ ਚਾਂਸ ਹੋ ਸਕਦੇ ਸੋ ਨੈਕਸਟ ਆ ਜਾਂਦੀ ਹੈ ਕੁਝ ਡਿਜ਼ੀਜ਼ ਕੰਡੀਸ਼ਨ ਸੋ ਇਹਦੇ ਵਿੱਚ ਆ ਜਾਂਦਾ ਕੁਸ਼ਿੰਗ ਡਿਜ਼ੀਜ਼ ਔਰ ਕੁਸ਼ਿੰਗ ਸਿੰਡਰੋਮ ਸੋ ਇਹ ਐਂਡੋਕਰਾਈਨ ਦੀ ਡਿਜ਼ੀਜ਼ ਕੰਡੀਸ਼ਨ ਆ ਜਿਹਦੇ ਵਿੱਚ ਕੋਰਟੀਕੋਸਟੀਰੋਇਡਸ ਮਿਨਰੈਲੋਕੋਰਟੀਕੋਇਡਸ ਤੇ ਗਲੂਕੋਕੋਰਟੀਕੋਇਡਸ ਦਾ ਲੈਵਲ ਹੋ ਜਾਂਦਾ ਆ ਅਪ ਕਾਫੀ ਇਨਕਰੀਜ਼ ਹੋ ਜਾਂਦਾ ਸੋ ਹੁਣ ਜਦੋਂ ਕੋਰਟੀਕੋਸਟੀਰੋਇਡਸ ਇਨਕਰੀਜ਼ ਹੋਣਗੇ ਤਾਂ ਕੀ ਹੋਣਾ ਸੋਡੀਅਮ ਦਾ ਲੈਵਲ ਇਨਕਰੀਜ਼ ਹੋਣਾ ਸੋਡੀਅਮ ਇਨਕਰੀਜ਼ ਦਾ ਮਤਲਬ ਪੋਟਾਸ਼ੀਅਮ ਡਿਕਰੀਜ਼ ਹਾਈਪੋਕੈਲੀਮੀਆ ਹੋਗਾ ਨੈਕਸਟ ਆ ਗਿਆ ਹਾਈਪਰ ਐਲਡੋਸਟੀਰੋਨਿਜ਼ਮ ਸੋ ਨਾਮ ਦੇ ਵਿੱਚ ਹੀ ਆ ਐਲਡੋਸਟੀਰੋਨਿਜ਼ਮ ਹਾਈਪਰ ਮਤਲਬ ਹਾਈ ਐਲਡੋਸਟੀਰੋਨ ਕੀ ਹੁੰਦਾ ਆ ਮਿਨਰੈਲੋਕੋਰਟੀਕੋਇਡ ਹੀ ਆ ਸੋ ਹੁਣ ਮਿਨਰੈਲੋਕੋਰਟੀਕੋਇਡਸ ਕੋਰਟੀਕੋਸਟੀਰੋਇਡ ਹੀ ਆ ਇਹ ਇਨਕਰੀਜ਼ ਹੋ ਗਿਆ ਇਹਦਾ ਮਤਲਬ ਇਹਦੇ ਨਾਲ ਸੋਡੀਅਮ ਇਨਕਰੀਜ਼ ਹੋਣਾ ਪੋਟਾਸ਼ੀਅਮ ਡੈਫੀਸਿਟ ਹੋ ਜਾਊਗਾ ਹਾਈਪੋਕੈਲੀਮੀਆ ਹੋਊਗਾ ਨੈਕਸਟ ਹੈਗਾ ਮੂਵਮੈਂਟ ਆਫ ਦੀ ਪੋਟਾਸ਼ੀਅਮ ਫਰੋਮ ਦੀ ਐਕਸਟਰਾਸੈਲੂਲਰ ਟੂ ਇੰਟਰਾਸੈਲੂਲਰ ਫਲੂਇਡ ਸੋ ਐਕਸਟਰਾਸੈਲੂਲਰ ਦਾ ਮਤਲਬ ਹੈਗਾ ਬਲੱਡ ਤੇ ਇੰਟਰਾਸੈਲੂਲਰ ਇਨਸਾਈਡ ਦੀ ਸੈਲ ਹੁਣ ਬਲੱਡ ਦੇ ਵਿੱਚੋਂ ਸੈਲਸ ਦੇ ਵਿੱਚ ਸ਼ਿਫਟ ਹੋਣ ਲੱਗ ਪਿਆ ਪੋਟਾਸ਼ੀਅਮ ਸੋ ਡੈਫੀਨੇਟਲੀ ਉਹਦੇ ਨਾਲ ਬਲੱਡ ਦੇ ਵਿੱਚ ਪੋਟਾਸ਼ੀਅਮ ਦਾ ਡੈਫੀਸਿਟ ਹੋ ਜਾਊਗਾ ਹਾਈਪੋਕੈਲੀਮੀਆ ਹੋਊਗਾ ਸੋ ਆਪਾਂ ਲਾਸਟ ਵੀਡੀਓ ਦੇ ਵਿੱਚ ਰਿਲੇਸ਼ਨਸ਼ਿਪ ਪੜਿਆ ਸੀਗਾ ਇਨਸੂਲਿਨ ਦਾ ਪੋਟਾਸ਼ੀਅਮ ਦੇ ਨਾਲ ਕਿ ਜਦੋਂ ਅਸੀਂ ਇਨਸੂਲਿਨ ਦਿੰਨੇ ਆ ਤਾਂ ਜਿਹੜਾ ਪੋਟਾਸ਼ੀਅਮ ਤੁਹਾਡੇ ਬਲੱਡ ਦੇ ਵਿੱਚ ਹੁੰਦਾ ਆ ਸੈਲਸ ਦੇ ਵਿੱਚ ਜਾਣ ਲੱਗ ਪੈਂਦਾ ਸੋ ਸ਼ਿਫਟਿੰਗ ਹੋਣ ਲੱਗ ਪੈਂਦੀ ਆ ਫਰੋਮ ਦੀ ਬਲੱਡ ਟੂ ਦਾ ਸੈਲਸ ਸੋ ਇਨਸੂਲਿਨ ਦੀ ਡੋਜ਼ ਜ਼ਿਆਦਾ ਹੋਣ ਕਰਕੇ ਪੋਟਾਸ਼ੀਅਮ ਡੈਫੀਸਿਟ ਹੋ ਸਕਦਾ ਹੈ ਸੈਕੰਡ ਕੰਡੀਸ਼ਨ ਇਜ਼ ਦੀ ਐਲਕੈਲੋਸਿਸ high pH in the blood will cause the shifting of potassium from the blood into the cells alkalosis and low potassium ਸੋ ਹੁਣ ਅਸੀਂ ਗੱਲ ਕਰਾਂਗੇ
ਹਾਈਪੋਕੈਲੀਮੀਆ ਦੇ ਸਾਈਨ ਐਂਡ ਸਿੰਪਟਮਸ ਦੀ। ਸੋ ਲਾਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਕੈਲੀਮੀਆਸ ਦੇ ਵਿੱਚ ਸੇਮ ਐਸ ਪਰ ਦੀ ਪ੍ਰੀਫਿਕਸ ਜਾਂਦਾ ਐਕਸੈਪਟ ਹਾਰਟ ਰੇਟ ਐਂਡ ਯੂਰਿਨਰੀ ਆਊਟਪੁੱਟ। ਹੁਣ ਪ੍ਰੀਫਿਕਸ ਕੀ ਆ? ਹਾਈਪੋ, ਤੇ ਤੁਹਾਡੀ ਬਾਡੀ ਦਾ ਹਰ ਸਿਸਟਮ ਡਾਊਨ ਜਾਊਗਾ ਐਕਸੈਪਟ ਯੂਰਿਨਰੀ ਆਊਟਪੁੱਟ ਐਂਡ ਹਾਰਟ ਰੇਟ। ਸੋ ਬ੍ਰੇਨ ਚ ਲੈਥਾਰਜੀ, ਠੀਕ ਹੈ, ਸਲੋ ਹੋ ਗਿਆ। ਲੰਗਸ ਦੇ ਵਿੱਚ ਬ੍ਰੈਡਿਪਨੀਆ, ਰੈਸਪੀਰੇਸ਼ਨ ਰੇਟ ਲੈਸ ਦੈਨ 12 ਪਰ ਮਿੰਟ। ਹਾਰਟ ਤੇ ਯੂਰਿਨਰੀ ਆਊਟਪੁੱਟ ਉਲਟੇ ਹੋਣੇ ਸੀਗੇ, ਸੋ ਟੈਕੀਕਾਰਡੀਆ ਹੋ ਗਿਆ, 100 ਬੀਟਸ ਪਰ ਮਿੰਟ ਤੋਂ ਜ਼ਿਆਦਾ ਹਾਰਟ ਰੇਟ ਤੇ ਪੋਲੀਯੂਰੀਆ। ਬੋਵਲ ਦੇ ਵਿੱਚ ਲੋ ਹੋਣਾ ਆ, ਕਨਸਟੀਪੇਸ਼ਨ ਔਰ ਪੈਰਾਲਿਟਿਕ ਇਲੀਅਸ, ਤੇ ਡੀਪ ਟੈਂਡਨ ਰਿਫਲੈਕਸਸ ਵੀ ਲੋ ਹੋਣਗੇ, 0 ਔਰ +1। ਸੋ 2 ਨਾਰਮਲ ਹੁੰਦਾ ਆ, 3 + 4 + ਹਾਈਪਰ ਰਿਫਲੈਕਸੀਆ ਹੁੰਦਾ। ਸੋ ਇਸ ਕੇਸ ਦੇ ਵਿੱਚ ਹਾਈਪੋ ਰਿਫਲੈਕਸੀਆ ਹੋਊਗਾ ਤੇ ਐਕਸਟ੍ਰੀਮ ਮਸਲ ਵੀਕਨੈਸ ਹੋਊਗੀ, ਬਿਕੋਜ਼ ਜਿਹੜਾ ਪੋਟਾਸ਼ੀਅਮ ਹੈਗਾ ਆ ਤੁਹਾਡੇ ਮਸਲਸ ਲਈ ਰਿਕੁਆਇਰਡ ਹੁੰਦਾ ਹੈ। ਹੁਣ ਲੋ ਪੋਟਾਸ਼ੀਅਮ ਦਾ ਮਤਲਬ ਆ ਮਸਲਸ ਨੂੰ ਪੋਟਾਸ਼ੀਅਮ ਨਹੀਂ ਮਿਲ ਰਿਹਾ, ਮਸਲ ਵੀਕਨੈਸ ਹੋਊਗੀ। ਸੋ ਨੈਕਸਟ ਆ ਗਿਆ ਇੰਪੋਰਟੈਂਟ ਹੈ ਵੀ ਹਾਈਪੋਕੈਲੀਮੀਆ ਦੇ ਨਾਲ ECG ਚੇਂजेस ਕੀ ਆਉਂਦੇ ਆ। ਸੋ ਹੁਣ ਹਾਈਪੋ ਦਾ ਮਤਲਬ ਆ ਕੁਝ ਲੋ ਹੋ ਰਿਹਾ ਤੇ ਇਧਰ ST ਸੈਗਮੈਂਟ ਵੀ ਡਿਪਰੈਸ ਹੋ ਰਿਹਾ। ਹਾਈਪਰਕੈਲੀਮੀਆ ਚ ਅਸੀਂ ਪੜਿਆ ਸੀਗਾ ਹਾਈ ਪੋਟਾਸ਼ੀਅਮ ਤੇ ST ਸੈਗਮੈਂਟ ਐਲੀਵੇਸ਼ਨ। ਹੁਣ ਹਾਈਪੋਕੈਲੀਮੀਆ ਚ ਲੋ ਪੋਟਾਸ਼ੀਅਮ, ST ਸੈਗਮੈਂਟ ਡਿਪਰੈਸ਼ਨ। ਸੋ ਇਟਸ ਇੰਪੋਰਟੈਂਟ। ਦੂਸਰਾ ਹੈਗਾ ਆ ਪ੍ਰੋਮੀਨੈਂਟ ਯੂ ਵੇਵ। ਨਾਰਮਲੀ ECG ਦੇ ਉੱਤੇ ਯੂ ਵੇਵ ਨਹੀਂ ਹੁੰਦੀ, ਬਟ ਇਨ ਕੇਸ ਆਫ ਹਾਈਪੋਕੈਲੀਮੀਆ ਯੂ ਵੇਵ ਅਪੀਅਰ ਹੋ ਸਕਦੀ ਹੈਗੀ ਆ। ਸੋ ਇਹ ECG ਦੇ ਇੰਪੋਰਟੈਂਟ ਚੇਂजेस ਆ that can occur with hypokalemia। ਨੈਕਸਟ ਆ ਗਿਆ ਜੀ ਮੈਨੇਜਮੈਂਟ। ਹੁਣ ਪੋਟਾਸ਼ੀਅਮ ਲੈਵਲ ਲੋ ਆ, ਕੀ ਕੀਤਾ ਜਾਵੇ? ਸੋ ਪਹਿਲੀ ਗੱਲ, always hyperkalemia ਜਾਂ hypokalemia ਜਾਂ cardiac monitoring is important because this can lead to the cardiac arrhythmias and death of the client. ਸੋ ਕਾਰਡਿਕ ਮੋਨੀਟਰਿੰਗ ਪਹਿਲੇ ਨੰਬਰ ਤੇ ਹੋ ਗਿਆ। ਦੂਸਰੇ ਨੰਬਰ ਤੇ ਰੈਸਪੀਰੇਟਰੀ ਸਟੇਟਸ ਮੋਨੀਟਰਿੰਗ। ਆਲਰੇਡੀ ਅਸੀਂ ਪੜ੍ਹ ਚੁੱਕੇ ਹਾਂ ਕਿ ਹਾਈਪੋਕੈਲੀਮੀਆ ਦੇ ਵਿੱਚ ਮਸਲ ਵੀਕਨੈਸ ਬਹੁਤ ਜ਼ਿਆਦਾ ਹੁੰਦੀ ਆ, ਸੋ ਰੈਸਪੀਰੇਟਰੀ ਮਸਲ ਵੀਕਨੈਸ ਵੀ ਹੁੰਦੀ ਆ। ਸੋ ਇਸ ਕਰਕੇ ਰੈਸਪੀਰੇਟਰੀ ਸਟੇਟਸ ਮੋਨੀਟਰਿੰਗ ਇੰਪੋਰਟੈਂਟ ਆ। ਸੋ ਚੈੱਕ ਦਾ ਰੈਸਪੀਰੇਟਰੀ ਸਟੇਟਸ every 2 hourly. So it can lead to the death of the client respiratory insufficiency ਹੋਣ ਕਰਕੇ। ਸੋ ਰੈਸਪੀਰੇਟਰੀ ਸਟੇਟਸ ਨੂੰ ਵੀ ਪ੍ਰਾਇੋਰਟਾਈਜ਼ ਕੀਤਾ ਜਾਂਦਾ ਹਾਈਪੋਕੈਲੀਮੀਆ ਦੇ ਵਿੱਚ। ਹੁਣ ਇਹਦਾ ਅਲਟੀਮੇਟਲੀ ਸੋਲੂਸ਼ਨ ਕੀ ਹੋਊਗਾ? ਪੋਟਾਸ਼ੀਅਮ ਦਾ ਇਨਫਿਊਜ਼ਨ ਕਰਨਾ। 2-3 ਚੀਜ਼ਾਂ ਪੋਟਾਸ਼ੀਅਮ ਇਨਫਿਊਜ਼ਨ ਬਾਰੇ ਜ਼ਰੂਰੀ ਹੈਗੀਆਂ ਕਿ ਇੱਕ ਤਾਂ ਆਲਵੇਜ਼ ਇਹਨੂੰ ਡਿਲੂਟ ਕਰਕੇ ਦਿੱਤਾ ਜਾਂਦਾ ਆ, ਡਾਇਰੈਕਟ IV ਇੰਜੈਕਸ਼ਨ ਨਹੀਂ ਲੱਗਦਾ ਪੋਟਾਸ਼ੀਅਮ ਦਾ। ਆਲਵੇਜ਼ ਆਪਾਂ ਡਿਲੂਟ ਕਰਕੇ ਦੇਣਾ ਹੁੰਦਾ ਆ ਤੇ ਸਲੋਲੀ ਇਨਫਿਊਜ਼ ਕਰਨਾ ਹੁੰਦਾ ਆ। ਸੋ recommended ਜੋ ਇਨਫਿਊਜ਼ਨ ਰੇਟ ਹੈ that is 5 to 10 milli equivalent per hour। ਠੀਕ ਹੈ, ਸੋ ਪਰ ਆਰ 10 ਮਿਲੀ ਇਕੁਇਵਲੈਂਟ ਤੱਕ ਆਪਾਂ ਦੇ ਸਕਦੇ ਹਾਂ। ਜੇ ਉਸ ਤੋਂ ਉੱਪਰ ਦੇਣਾ ਹੈ, 10 ਤੋਂ ਉੱਪਰ ਦੇਣਾ ਹੈ, ਦੈਨ ਫਿਰ ਕਾਰਡੀਅਕ ਮੋਨੀਟਰਿੰਗ ਕਰਨੀ ਹੈ, ਬਿਕੋਜ਼ 10 ਮਿਲੀ ਇਕੁਇਵਲੈਂਟ ਪਰ ਆਰ ਤੋਂ ਜੇ ਆਪਾਂ ਹਾਇਰ ਸੈਟਿੰਗ ਕਰਦੇ ਹਾਂ ਦੈਨ ਹਾਈਪਰਕੈਲੀਮੀਆ ਹੋਣ ਦੇ ਚਾਂਸ ਹੈ ਤੇ ਹਾਈਪਰਕੈਲੀਮੀਆ ਵੀ ਕਾਰਡੀਅਕ ਅਰੈਸਟ ਦੇ ਰਿਸਕ ਤੇ ਪੇਸ਼ੈਂਟ ਨੂੰ ਪਾ ਸਕਦਾ ਹੈ। So another important point to note is never exceed 20 milli equivalent per hour potassium. Apart from this, always rotate and invert the bag so that to make sure ਕਿ ਜੋ potassium ਹੈਗਾ ਆ distribute properly ਹੋ ਚੁੱਕਿਆ bag ਦੇ ਵਿੱਚ। So these are the important guidelines about the potassium administration, and apart from this, potassium rich diet recommend ਕੀਤੀ ਜਾਂਦੀ ਆ ਕਲਾਇੰਟ ਨੂੰ ਜਦੋਂ ਹਾਈਪੋਕੈਲੀਮੀਆ ਹੁੰਦਾ ਹੈ। ਸੋ ਆਪਾਂ ਲਾਸਟ ਵੀਡੀਓ ਦੇ ਵਿੱਚ ਪੋਟਾਸ਼ੀਅਮ ਰਿਚ ਫੂਡਸ ਦੀ ਗੱਲ ਕੀਤੀ ਸੀਗੀ। ਸੋ ਡੂ ਲੈਟ ਮੀ ਨੋ ਇਨ ਦੀ ਕਮੈਂਟ ਸੈਕਸ਼ਨ। ਸੋ ਐਨਲਿਸਟ ਸਮ ਫੂਡਸ that are rich in potassium, ਉਹ ਵੀ ਮੈਨੇਜਮੈਂਟ ਦਾ ਇੰਪੋਰਟੈਂਟ ਪਾਰਟ ਆ। ਸੋ ਪਲੀਜ਼ ਐਡ that point also. So here at the last, I have one question for all of you. So do attempt this question and post your answer in the comment section. Question is, nurse is reviewing the client lab results and note the serum potassium level is 2.8 milliequivalent per liter, which is less than the normal amount. So which nursing action should we initiate immediately? Options are initiate the cardiac monitoring, initiate the seizure precautions, institute early neurological checks, and option D is administer the oxygen via face mask. So ਕਿਹੜਾ ਤੁਹਾਨੂੰ right option ਲੱਗ ਰਿਹਾ? Do post your answer in the comment section and surely I'll post the right answer along with the rational after some time. ਸੋ ਇਹ ਵੀਡੀਓ ਕਿੱਦਾਂ ਲੱਗੀ? ਡੂ ਲੈਟ ਮੀ ਨੋ ਇਨ ਦੀ ਕਮੈਂਟ ਸੈਕਸ਼ਨ। ਐਂਡ ਨੈਕਸਟ ਵੀਡੀਓ ਦੇ ਲਈ ਤੁਸੀਂ ਕੋਈ ਰეკਮੈਂਡੇਸ਼ਨ ਦੇ ਸਕਦੇ ਕਿ ਆਪਾਂ ਕਿਹੜੇ ਟੌਪਿਕਸ ਨੂੰ ਹੋਰ ਕਵਰ ਕਰ ਸਕਦੇ ਹੈਗੇ ਤੁਹਾਡੇ ਆਉਣ ਵਾਲੇ ਨਰਸਿੰਗ ਐਗਜ਼ਾਮਸ ਦੇ ਲਈ ਜਾਂ NCLEX RN ਦੇ ਐਗਜ਼ਾਮ ਦੇ ਲਈ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ, ਕੀਪ ਸ਼ੇਅਰਿੰਗ ਐਂਡ ਕੀਪ ਸਪੋਰਟਿੰਗ। ਐਂਡ ਜੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਦੀ ਚੈਨਲ ਐਂਡ ਪ੍ਰੈਸ ਦੀ ਬੈਲ ਆਈਕਨ so that to receive all upcoming notifications. Thank you so much for watching.